ਅੱਜ ਵੀ ਮੈਂ ਆਪਣੀ ਕਲਾਸ ਵਿੱਚ ਸੌਂਦੀ ਹੀ ਰਹੀ ਸੀ। ਬਹੁਤ ਦਿਨਾਂ ਤੋਂ ਮੇਰੇ ਨਾਲ ਇਹੀ ਹੋ ਰਿਹਾ ਸੀ। ਜਿਵੇਂ ਹੀ ਮੇਰੀ ਟੀਚਰ ਕਲਾਸ ਵਿੱਚ ਆ ਕੇ ਕੁਝ ਪੜ੍ਹਾਉਣ ਲੱਗਦੀ ਤਾਂ ਮੈਨੂੰ ਇੱਕਦਮ ਨੀਂਦ ਦੇ ਝਟਕੇ ਲੱਗਣੇ ਸ਼ੁਰੂ ਹੋ ਜਾਂਦੇ ਸੀ। ਮੈਂ ਬਹੁਤ ਕੋਸ਼ਿਸ਼ ਕਰਦੀ ਕਿ ਮੈਂ ਨਾ ਸੋਵਾਂ, ਪਰ ਫਿਰ ਵੀ ਮੈਨੂੰ ਨੀਂਦ ਆ ਹੀ ਜਾਂਦੀ ਸੀ। ਉਦੋਂ ਮੇਰੀ ਟੀਚਰ ਨੇ ਵੀ ਇਹ ਗੱਲ ਨੋਟ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਜੋ ਕੁੜੀ ਹਮੇਸ਼ਾ ਕਲਾਸ ਵਿੱਚੋਂ ਫਸਟ ਆਉਂਦੀ ਰਹੀ ਹੈ, ਹੁਣ ਉਸ ਦਾ ਧਿਆਨ ਪੜ੍ਹਾਈ ਵੱਲ ਨਹੀਂ ਹੈ। ਇੱਕ ਦਿਨ ਮੇਰੀ ਟੀਚਰ ਨੇ ਮੈਨੂੰ ਪੁੱਛ ਹੀ ਲਿਆ, ਤੇਰੇ ਨਾਲ ਕੀ ਪਰੇਸ਼ਾਨੀ ਹੈ? ਹੁਣ ਤੂੰ ਪੜ੍ਹਾਈ ਤੇ ਧਿਆਨ ਕਿਉਂ ਨਹੀਂ ਦਿੰਦੀ? ਟੀਚਰ ਦੇ ਸਵਾਲ ਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਬੋਲੀ, ਟੀਚਰ ਮੈਨੂੰ ਤਾਂ ਖੁਦ ਨਹੀਂ ਪਤਾ ਕਿ ਮੈਂ ਕਲਾਸ ਵਿੱਚ ਕਿਉਂ ਸੌ ਜਾਂਦੀ ਹਾਂ। ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੈਨੂੰ ਕਲਾਸ ਵਿੱਚ ਨੀਂਦ ਨਾ ਆਵੇ, ਪਰ ਪਤਾ ਨਹੀਂ ਕਿਵੇਂ ਅਚਾਨਕ ਮੇਰੀ ਅੱਖ ਲੱਗ ਜਾਂਦੀ ਹੈ। ਟੀਚਰ ਨੇ ਕਿਹਾ ਕਿ ਤੇਰੇ ਘਰ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਹੈ? ਮੈਂ ਨਹੀਂ ਵਿੱਚ ਸਿਰ ਹਿਲਾ ਦਿੱਤਾ ਤੇ ਬੋਲੀ, ਮੇਰੇ ਪਿਤਾ ਦੀ ਮੌਤ ਹੋ ਚੁੱਕੀ ਹੈ, ਪਰ ਮੇਰੀ ਮੰਮੀ ਨੇ ਘਰ ਦਾ ਸਾਰਾ ਇੰਤਜ਼ਾਮ ਖੁਦ ਸੰਭਾਲ ਲਿਆ ਹੈ। ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਸਾਡੇ ਘਰ ਵਿੱਚ ਕਿਸੇ ਚੀਜ਼ ਦੀ, ਕਿਸੇ ਗੱਲ ਦੀ ਕੋਈ ਟੈਨਸ਼ਨ ਨਹੀਂ ਹੈ। ਟੀਚਰ ਨੇ ਆਪਣਾ ਸਿਰ ਹਿਲਾਇਆ ਤੇ ਕਿਹਾ, ਠੀਕ ਹੈ, ਤੂੰ ਜਾ ਕੇ ਬੈਠ ਜਾ, ਪਰ ਅੱਗੇ ਤੋਂ ਤੂੰ ਧਿਆਨ ਰੱਖਣਾ ਕਿ ਕਲਾਸ ਵਿੱਚ ਸੌਣਾ ਨਹੀਂ ਹੈ। ਮੈਂ ਵੀ ਟੀਚਰ ਨੂੰ ਵਾਅਦਾ ਦਿੱਤਾ, ਪਰ ਫਿਰ ਵੀ ਮੈਂ ਆਪਣੇ ਵਾਅਦੇ ਤੇ ਪੂਰੀ ਨਹੀਂ ਉਤਰ ਪਾਈ। ਅਗਲੇ ਦਿਨ ਮੈਂ ਫਿਰ ਸੋ ਗਈ। ਹੁਣ ਤਾਂ ਮਜਬੂਰ ਹੋ ਕੇ ਮੇਰੀ ਟੀਚਰ ਤੋਂ ਮੈਨੂੰ ਸਜ਼ਾ ਵੀ ਮਿਲਣ ਲੱਗੀ ਸੀ, ਪਰ ਮੈਂ ਕੀ ਕਰਦੀ? ਨੀਂਦ ਤੇ ਕਿਸੇ ਦਾ ਕੋਈ ਜ਼ੋਰ ਨਹੀਂ ਹੁੰਦਾ। ਕਹਿੰਦੇ ਹਨ ਕਿ ਨੀਂਦ ਤਾਂ ਸੂਲੀ ਤੇ ਵੀ ਆ ਜਾਂਦੀ ਹੈ। ਮੇਰਾ ਵੀ ਇਹੀ ਹਾਲ ਸੀ। ਅੱਜ ਮੈਂ ਫਿਰ ਤੋਂ ਕਲਾਸ ਵਿੱਚ ਸੋ ਗਈ ਤਾਂ ਮੇਰੀ ਟੀਚਰ ਨੇ ਕਿਹਾ ਕਿ ਕੱਲ ਤੂੰ ਆਪਣੀ ਮਾਂ ਨੂੰ ਸਕੂਲ ਲੈ ਕੇ ਆਉਣਾ। ਇਹ ਗੱਲ ਸੁਣ ਕੇ ਮੈਂ ਘਬਰਾ ਗਈ ਸੀ ਕਿ ਪਤਾ ਨਹੀਂ ਮਾਂ ਮੇਰੇ ਨਾਲ ਕਿੱਦਾਂ ਦਾ ਵਰਤਾਵ ਕਰੇਗੀ, ਪਰ ਆਪਣੀ ਟੀਚਰ ਦਾ ਮੈਸੇਜ ਵੀ ਮਾਂ ਨੂੰ ਦੇਣਾ ਜ਼ਰੂਰੀ ਸੀ। ਮੈਂ ਮਾਂ ਨੂੰ ਕਿਹਾ, ਤੁਹਾਨੂੰ ਮੇਰੀ ਟੀਚਰ ਨੇ ਸਕੂਲ ਬੁਲਾਇਆ ਹੈ। ਮੇਰੀ ਗੱਲ ਸੁਣਦੇ ਹੀ ਮਾਂ ਦੇ ਮੱਥੇ ਤੇ ਛਿਣਕ ਪੈ ਗਈ ਸੀ। ਉਹ ਕਹਿਣ ਲੱਗੀ, ਕੀ ਗੱਲ ਪ੍ਰੀਤ, ਤੂੰ ਸਕੂਲ ਵਿੱਚ ਕੋਈ ਸ਼ੈਤਾਨੀ ਤਾਂ ਨਹੀਂ ਕੀਤੀ? ਮੈਂ ਨਹੀਂ ਵਿੱਚ ਆਪਣਾ ਸਿਰ ਹਿਲਾ ਦਿੱਤਾ। ਮਾਂ ਹੁਣ ਵੀ ਮੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਉਹ ਕਹਿਣ ਲੱਗੀ, ਫਿਰ ਤੂੰ ਐਦਾਂ ਕੀ ਕੀਤਾ ਹੈ ਕਿ ਮੈਨੂੰ ਸਕੂਲ ਵਿੱਚ ਬੁਲਾਉਣ ਦੀ ਨੌਬਤ ਆ ਗਈ? ਕੁਝ ਤਾਂ ਜ਼ਰੂਰ ਕੀਤਾ ਹੋਵੇਗਾ। ਮੈਂ ਮਾਂ ਨੂੰ ਕਹਿਣ ਲੱਗੀ ਕਿ ਮਾਂ, ਮੈਂ ਕੁਝ ਨਹੀਂ ਜਾਣਦੀ। ਟੀਚਰ ਨੇ ਤੁਹਾਨੂੰ ਕਿਉਂ ਬੁਲਾਇਆ ਹੈ? ਹਾਲਾਂਕਿ ਮੈਨੂੰ ਸਭ ਕੁਝ ਪਤਾ ਸੀ ਕਿ ਟੀਚਰ ਨੇ ਮਾਂ ਨੂੰ ਇਸ ਲਈ ਬੁਲਾਇਆ ਹੈ ਤਾਂ ਕਿ ਉਹ ਉਹਨਾਂ ਨੂੰ ਦੱਸ ਸਕੇ ਕਿ ਮੈਂ ਸਕੂਲ ਵਿੱਚ ਸੌਂਦੀ ਰਹਿੰਦੀ ਹਾਂ। ਪਰ ਉਸ ਸਮੇਂ ਮੈਂ ਆਪਣੀ ਮਾਂ ਦੇ ਸਾਹਮਣੇ ਅਣਜਾਣ ਬਣੀ ਰਹੀ। ਮਾਂ ਕਹਿਣ ਲੱਗੀ, ਪ੍ਰੀਤ, ਤੂੰ ਤਾਂ ਜਾਣਦੀ ਹੈ ਨਾ ਕਿ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹਾਂ। ਇਸ ਲਈ ਹੀ ਤਾਂ ਮੈਂ ਤੈਨੂੰ ਚੰਗੇ ਸਕੂਲ ਵਿੱਚ ਪੜ੍ਹਾ ਰਹੀ ਹਾਂ ਤੇ ਇਸੇ ਲਈ ਤੇਰੀ ਹਰ ਜ਼ਰੂਰਤ ਪੂਰੀ ਕਰ ਰਹੀ ਹਾਂ। ਹੁਣ ਜੇ ਮੈਂ ਆਪਣਾ ਕੰਮ ਛੱਡ ਕੇ ਤੇਰੇ ਸਕੂਲ ਦੇ ਚੱਕਰ ਲਗਾਉਣ ਲੱਗ ਜਾਵਾਂ ਤਾਂ ਫਿਰ ਅਸੀਂ ਕਿੱਥੋਂ ਖਾਵਾਂਗੇ? ਤੂੰ ਆਪਣੇ ਟੀਚਰ ਨੂੰ ਕਹਿਣਾ ਕਿ ਮੇਰੀ ਮਾਂ ਬਿਮਾਰ ਹੈ, ਉਹ ਸਕੂਲ ਨਹੀਂ ਆ ਸਕਦੀ। ਤੁਸੀਂ ਜੋ ਕੁਝ ਵੀ ਕਹਿਣਾ ਹੈ ਮੈਨੂੰ ਹੀ ਦੱਸ ਦੇਣ। ਮੈਂ ਘਰ ਜਾ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦੇਵਾਂਗੀ ਤੇ ਫਿਰ ਤੂੰ ਕੱਲ ਆ ਕੇ ਮੈਨੂੰ ਸਭ ਕੁਝ ਦੱਸ ਦੇਣਾ। ਮੈਂ ਸਿਰ ਹਿਲਾ ਦਿੱਤਾ ਸੀ। ਮੈਨੂੰ ਖੁਸ਼ੀ ਹੋਈ ਕਿ ਮਾਂ ਸਕੂਲ ਨਹੀਂ ਜਾ ਰਹੀ ਹੈ। ਅਗਲੇ ਦਿਨ ਟੀਚਰ ਨੇ ਮੈਨੂੰ ਪੁੱਛਿਆ ਕਿ ਤੇਰੀ ਮਾਂ ਸਕੂਲ ਕਿਉਂ ਨਹੀਂ ਆਈ? ਤਾਂ ਮੈਂ ਟੀਚਰ ਨੂੰ ਕਹਿ ਦਿੱਤਾ ਕਿ ਮੇਰੀ ਮਾਂ ਬਿਮਾਰ ਹੈ। ਟੀਚਰ ਨੇ ਕਿਹਾ ਕਿ ਜਿਵੇਂ ਵੀ ਹੋਵੇ ਤੂੰ ਆਪਣੀ ਮਾਂ ਨੂੰ ਕੱਲ ਜ਼ਰੂਰ ਸਕੂਲ ਲੈ ਕੇ ਆਉਣਾ। ਉਹਨਾਂ ਨੂੰ ਕਹਿਣਾ ਕਿ ਇੱਕ ਵਾਰ ਆ ਕੇ ਮੈਨੂੰ ਮਿਲ ਲੈਣ, ਮੈਨੂੰ ਉਹਨਾਂ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ। ਅੱਜ ਫਿਰ ਮੈਂ ਘਰ ਜਾ ਕੇ ਮਾਂ ਨੂੰ ਟੀਚਰ ਦਾ ਮੈਸੇਜ ਦੇ ਦਿੱਤਾ, ਪਰ ਮੇਰੀ ਮਾਂ ਨੇ ਫਿਰ ਤੋਂ ਕੋਈ ਬਹਾਨਾ ਬਣਾ ਦਿੱਤਾ। ਇਹ ਗੱਲ ਹੁੰਦੇ ਹੁੰਦੇ ਪ੍ਰਿੰਸੀਪਲ ਤੱਕ ਪਹੁੰਚ ਗਈ ਸੀ। ਉਹਨਾਂ ਨੇ ਮੈਨੂੰ ਆਪਣੇ ਦਫ਼ਤਰ ਬੁਲਾਇਆ ਤੇ ਕਹਿਣ ਲੱਗੀ, ਪ੍ਰੀਤ, ਤੂੰ ਇੱਕ ਬਹੁਤ ਹੀ ਹੁਸ਼ਿਆਰ ਸਟੂਡੈਂਟ ਹੈ ਤੇ ਅੱਜ ਤੱਕ ਤੇਰੇ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਤਾਂ ਹੁਣ ਤੂੰ ਮੈਨੂੰ ਦੱਸ ਕਿ ਤੂੰ 8ਵੀਂ ਕਲਾਸ ਵਿੱਚ ਆ ਗਈ ਹੈ ਤੇ ਚੰਗੀ ਖਾਸੀ ਸਮਝਦਾਰ ਹੋ ਗਈ ਹੈ, ਤਾਂ ਫਿਰ ਹੁਣ ਕਿਉਂ ਤੇਰੇ ਵੱਲੋਂ ਸ਼ਿਕਾਇਤ ਆਉਣ ਲੱਗੀ ਹੈ? ਜਦੋਂ ਤੈਨੂੰ ਕਿਹਾ ਜਾਂਦਾ ਹੈ ਕਿ ਆਪਣੀ ਮਾਂ ਨੂੰ ਸਕੂਲ ਲੈ ਕੇ ਆ, ਤਾਂ ਉਹ ਵੀ ਤੂੰ ਨਹੀਂ ਲੈ ਕੇ ਆਉਂਦੀ। ਮੈਨੂੰ ਦੱਸ, ਤੈਨੂੰ ਕੀ ਪਰੇਸ਼ਾਨੀ ਹੈ? ਮੈਡਮ, ਮੇਰੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਹੈ ਤਾਂ ਕਿ ਮੈਨੂੰ ਚੰਗੇ ਸਕੂਲ ਵਿੱਚ ਪੜ੍ਹਾ ਸਕੇ ਤੇ ਮੇਰੀ ਸਾਰੀ ਜ਼ਰੂਰਤਾਂ ਨੂੰ ਪੂਰਾ ਕਰ ਸਕੇ। ਇਸ ਲਈ ਉਹ ਸਕੂਲ ਨਹੀਂ ਆ ਸਕਦੀ ਕਿਉਂਕਿ ਉਹਨਾਂ ਨੂੰ ਕੰਮ ਤੋਂ ਛੁੱਟੀ ਨਹੀਂ ਮਿਲਦੀ। ਜੇ ਉਹ ਇਦਾਂ ਹੀ ਮਾਲਕਿਨ ਦੀ ਇਜਾਜ਼ਤ ਦੇ ਬਗੈਰ ਛੁੱਟੀ ਕਰ ਲਵੇਗੀ ਤਾਂ ਉਹ ਉਹਨਾਂ ਨੂੰ ਕੰਮ ਤੋਂ ਕੱਢ ਦੇਵੇਗੀ। ਮੈਡਮ ਕਹਿਣ ਲੱਗੀ, ਚੰਗਾ, ਚੱਲ ਠੀਕ ਹੈ, ਤੇਰੀ ਮਾਂ ਨਹੀਂ ਆ ਪਾਉਂਦੀ ਤਾਂ ਸਮਝ ਕੇ ਮੈਂ ਹੀ ਤੇਰੀ ਮਾਂ ਹਾਂ। ਮੈਨੂੰ ਦੱਸ ਕੇ ਤੈਨੂੰ ਕੋਈ ਪਰੇਸ਼ਾਨੀ ਹੈ? ਕੀ ਕੋਈ ਗੱਲ ਹੈ ਜਿਸ ਦੀ ਵਜ੍ਹਾ ਨਾਲ ਤੂੰ ਠੀਕ ਤਰ੍ਹਾਂ ਨਾਲ ਨਹੀਂ ਸੌ ਪਾਉਂਦੀ? ਪੂਰੀ ਕਲਾਸ ਵਿੱਚ ਤੇਰਾ ਧਿਆਨ ਕਿੱਥੇ ਹੁੰਦਾ ਹੈ? ਮੈਂ ਬੋਲੀ, ਮੈਡਮ, ਪਤਾ ਨਹੀਂ ਕੀ ਗੱਲ ਹੈ,
ਮੈਨੂੰ ਅੱਜਕੱਲ ਨੀਂਦ ਬਹੁਤ ਆਉਂਦੀ ਹੈ, ਜਦੋਂ ਕਿ ਮੈਂ ਖੁਦ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਜਾਗਦੀ ਰਹਾਂ। ਮੈਡਮ ਨੇ ਸਿਰ ਹਿਲਾ ਦਿੱਤਾ ਤੇ ਫਿਰ ਕਹਿਣ ਲੱਗੀ, ਚੰਗਾ ਮੈਨੂੰ ਇਹ ਦੱਸ, ਤੂੰ ਘਰ ਜਾ ਕੇ ਕੀ ਕਰਦੀ ਹੈ? ਮੈਂ ਬੋਲੀ, ਮੈਂ ਘਰ ਜਾ ਕੇ 2 ਘੰਟੇ ਆਰਾਮ ਕਰਦੀ ਹਾਂ। ਉਸ ਦੇ ਬਾਅਦ ਮੇਰੀ ਮਾਂ ਘਰਾਂ ਦੇ ਕੰਮ ਕਰਕੇ ਵਾਪਸ ਆਉਂਦੀ ਹੈ ਤੇ ਉਹ ਮੈਨੂੰ ਨੀਂਦ ਤੋਂ ਜਗਾ ਕੇ ਟਿਊਸ਼ਨ ਪੜ੍ਹਨ ਦੇ ਲਈ ਭੇਜ ਦਿੰਦੀ ਹੈ। ਉਸ ਦੇ ਬਾਅਦ ਮੈਂ ਘਰ ਆ ਕੇ ਟੀਵੀ ਵਗੈਰਾ ਦੇਖਦੀ ਰਹਿੰਦੀ ਹਾਂ ਤੇ ਫਿਰ 9 ਵਜੇ ਹੀ ਸੋ ਜਾਂਦੀ ਹਾਂ। ਮੈਡਮ ਨੇ ਸਿਰ ਹਿਲਾ ਦਿੱਤਾ, ਫਿਰ ਕਹਿਣ ਲੱਗੀ, ਚੰਗਾ ਰਾਤ ਵਿੱਚ ਕਿੰਨੀ ਵਾਰ ਉੱਠਦੀ ਹੈ? ਉਦੋਂ ਮੇਰੇ ਦਿਮਾਗ ਵਿੱਚ ਇੱਕਦਮ ਨਾਲ ਇੱਕ ਗੱਲ ਆਈ ਤੇ ਮੈਂ ਬੋਲੀ, ਮੈਡਮ ਮੇਰੀ ਮਾਂ ਮੈਨੂੰ ਰਾਤ ਨੂੰ ਉਠਾ ਕੇ ਜੂਸ ਲਿਆਉਣ ਨੂੰ ਕਹਿੰਦੀ ਹੈ। ਮੈਡਮ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ। ਮੈਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ। ਮੈਡਮ ਨੇ ਕਿਹਾ ਕਿ ਤੇਰੀ ਮਾਂ ਨੂੰ ਇਸ ਸਮੇਂ ਜੂਸ ਦੀ ਕੀ ਜ਼ਰੂਰਤ ਪੈ ਜਾਂਦੀ ਹੈ? ਮੇਰਾ ਤਾਂ ਦਿਮਾਗ ਬਿਲਕੁਲ ਖਾਲੀ ਹੋ ਗਿਆ ਸੀ, ਕਿਉਂਕਿ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਰਾਤ ਦੇ ਇਸ ਪਹਿਰ ਵਿੱਚ ਬਹੁਤ ਜ਼ਿਆਦਾ ਗੂੜੀ ਨੀਂਦ ਵਿੱਚ ਸੋਈ ਹੁੰਦੀ ਸੀ। ਜਦੋਂ ਮਾਂ ਮੈਨੂੰ ਉਠਾ ਦਿੰਦੀ ਸੀ, ਮੈਂ ਨੀਂਦ ਦੀ ਹਾਲਤ ਵਿੱਚ ਜੂਸ ਲੈ ਕੇ ਆਉਂਦੀ ਤਾਂ ਮਾਂ ਦਾ ਕਮਰਾ ਬੰਦ ਮਿਲਦਾ ਸੀ। ਰਾਤ ਬਹੁਤ ਜ਼ਿਆਦਾ ਹੁੰਦੀ ਸੀ, ਮੇਰੇ ਤੇ ਵੀ ਨੀਂਦ ਸਵਾਰ ਹੁੰਦੀ ਸੀ। ਇਸ ਲਈ ਕਦੇ ਇਹਨਾਂ ਚੀਜ਼ਾਂ ਬਾਰੇ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਕਦੇ ਇਸ ਬਾਰੇ ਵਿੱਚ ਆਪਣੀ ਮਾਂ ਨੂੰ ਸਵਾਲ ਕੀਤਾ। ਮੈਂ ਜਲਦੀ ਨਾਲ ਮੈਡਮ ਨੂੰ ਕਿਹਾ, ਅਸਲ ਵਿੱਚ ਮੈਡਮ ਮੇਰੀ ਮਾਂ ਦੀ ਤਬੀਅਤ ਖਰਾਬ ਰਹਿੰਦੀ ਹੈ ਤਾਂ ਉਹਨਾਂ ਨੂੰ ਅਚਾਨਕ ਹੀ ਭੁੱਖ ਲੱਗ ਜਾਂਦੀ ਹੈ, ਇਸ ਲਈ ਮੈਂ ਉਹਨਾਂ ਨੇ ਜੂਸ ਲੈਣ ਜਾਂਦੀ ਹਾਂ। ਮੈਡਮ ਨੇ ਕਿਹਾ ਕਿ ਇਹਨਾਂ ਚੀਜ਼ਾਂ ਦਾ ਕੋਈ ਤਾਂ ਬਦਲ ਹੋਵੇਗਾ, ਬਿਸਕੁਟ ਵਗੈਰਾ ਖਾ ਲਿਆ ਕਰਨ ਤਾਂ ਕਿ ਤੇਰੀ ਮਾਂ ਇੰਨੀ ਰਾਤ ਨੂੰ ਤੈਨੂੰ ਜਗਾਇਆ ਨਾ ਕਰਨ। ਮੈਂ ਜਲਦੀ ਨਾਲ ਕਿਹਾ ਕਿ ਮੈਡਮ ਮੈਂ ਇਸ ਗੱਲ ਦਾ ਹੱਲ ਜ਼ਰੂਰ ਲੱਭਾਂਗੀ, ਤੁਸੀਂ ਬੇਫਿਕਰ ਰਹੋ। ਮੈਂ ਮੈਡਮ ਨੂੰ ਵਾਅਦਾ ਕੀਤਾ ਤੇ ਆਪਣੀ ਕਲਾਸ ਵਿੱਚ ਆ ਗਈ। ਹੁਣ ਮੇਰੀ ਨੀਂਦ ਪੂਰੇ ਤਰੀਕੇ ਨਾਲ ਉੱਡ ਚੁੱਕੀ ਸੀ। ਮੇਰਾ ਦਿਮਾਗ ਮਾਂ ਵੱਲ ਲੱਗ ਚੁੱਕਿਆ ਸੀ ਕਿ ਮਾਂ ਮੇਰੇ ਤੋਂ ਰਾਤ ਨੂੰ ਜੂਸ ਕਿਉਂ ਮੰਗਵਾਉਂਦੀ ਹੈ। ਇਹ ਸਵਾਲ ਮੈਨੂੰ ਪਰੇਸ਼ਾਨ ਕਰ ਰਿਹਾ ਸੀ। ਜਦੋਂ ਮੈਂ ਘਰ ਗਈ ਤਾਂ ਮਾਂ ਆਪਣੀ ਸੋਚ ਵਿੱਚ ਗੁੰਮ ਬੈਠੀ ਸੀ। ਉਹਨਾਂ ਨੇ ਮੈਨੂੰ ਇਹ ਵੀ ਨਹੀਂ ਪੁੱਛਿਆ ਕਿ ਅੱਜ ਮੈਂ ਸਕੂਲ ਨਹੀਂ ਗਈ ਤਾਂ ਤੇਰੀ ਟੀਚਰ ਨੇ ਤੈਨੂੰ ਕੁਝ ਕਿਹਾ ਤਾਂ ਨਹੀਂ। ਮੈਂ ਖੁਦ ਹੀ ਮਾਂ ਦੇ ਕੋਲ ਜਾ ਕੇ ਬੈਠ ਗਈ ਤੇ ਬੋਲੀ, ਮਾਂ ਜੀ ਅੱਜ ਮੇਰੀ ਟੀਚਰ ਮੈਨੂੰ ਪੁੱਛ ਰਹੀ ਸੀ, ਤੂੰ ਹਰ ਰੋਜ਼ ਕਲਾਸ ਵਿੱਚ ਕਿਉਂ ਸੋ ਜਾਂਦੀ ਹੈ? ਕੀ ਰਾਤ ਨੂੰ ਤੇਰੀ ਨੀਂਦ ਪੂਰੀ ਨਹੀਂ ਹੁੰਦੀ? ਮਾਂ ਨੇ ਮੇਰੇ ਵੱਲ ਸਵਾਲੀਆ ਨਜ਼ਰ ਨਾਲ ਦੇਖਿਆ। ਉਦੋਂ ਮੈਂ ਬੋਲੀ, ਮੈਂ ਟੀਚਰ ਨੂੰ ਕਿਹਾ ਕਿ ਨਹੀਂ ਮੇਰੀ ਨੀਂਦ ਪੂਰੀ ਨਹੀਂ ਹੁੰਦੀ। ਮਾਂ ਨੇ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖਿਆ, ਜਿਵੇਂ ਮੈਂ ਕੋਈ ਅਜੀਬ ਜਿਹੀ ਗੱਲ ਕਰ ਦਿੱਤੀ ਹੋਵੇ। ਮਾਂ ਮੈਨੂੰ ਕਹਿਣ ਲੱਗੀ, ਕਿਉਂ ਤੇਰੀ ਨੀਂਦ ਪੂਰੀ ਕਿਉਂ ਨਹੀਂ ਹੁੰਦੀ? ਮੈਂ ਬੋਲੀ, ਮਾਂ ਤੁਸੀਂ ਹਰ ਰਾਤ ਮੈਨੂੰ ਜੂਸ ਮੰਗਵਾਉਣ ਭੇਜ ਦਿੰਦੇ ਹੋ ਤਾਂ ਮੈਂ ਜਾਗ ਜਾਂਦੀ ਹਾਂ, ਇਸ ਵਜ੍ਹਾ ਨਾਲ ਮੇਰੀ ਨੀਂਦ ਖਰਾਬ ਹੋ ਜਾਂਦੀ ਹੈ। ਇਹ ਗੱਲ ਸੁਣ ਕੇ ਮਾਂ ਮੈਨੂੰ ਘੂਰਨ ਲੱਗੀ, ਕਹਿਣ ਲੱਗੀ, ਜੇ ਇੰਨਾ ਜਿਹਾ ਕੰਮ ਤੈਨੂੰ ਬੋਝ ਲੱਗਦਾ ਹੈ ਤਾਂ ਨਾ ਕਰਿਆ ਕਰ। ਇੱਕ ਗਿਲਾਸ ਜੂਸ ਫ੍ਰਿਜ ਤੋਂ ਕੱਢ ਕੇ ਲਿਆਉਣਾ ਹੁੰਦਾ ਹੈ, ਉਸ ਦਾ ਤੂੰ ਇੰਨਾ ਵੱਡਾ ਬਹਾਨਾ ਤਲਾਸ਼ ਕਰ ਲਿਆ। ਮੈਂ ਪਰੇਸ਼ਾਨ ਹੋ ਗਈ। ਮੈਂ ਮਾਂ ਵੱਲ ਦੇਖਦੀ ਰਹੀ। ਮਾਂ ਕਹਿਣ ਲੱਗੀ ਕਿ ਤੂੰ ਫਿਕਰ ਨਾ ਕਰ, ਮੈਂ ਤੈਨੂੰ ਇਸ ਸਕੂਲ ਤੋਂ ਕੱਢ ਕੇ ਦੂਜੇ ਸਕੂਲ ਵਿੱਚ ਦਾਖਲ ਕਰਵਾ ਦੇਵਾਂਗੀ। ਮੈਂ ਤਾਂ ਇਹੀ ਸੋਚ ਲਿਆ ਹੈ ਕਿ ਮੈਂ ਇਹ ਮੁਹੱਲਾ ਹੀ ਛੱਡ ਦੇਵਾਂਗੀ, ਨਵੇਂ ਮੁਹੱਲੇ ਵਿੱਚ ਘਰ ਲੈ ਲਵਾਂਗੀ, ਤੈਨੂੰ ਇਸ ਤੋਂ ਵੀ ਚੰਗੇ ਸਕੂਲ ਵਿੱਚ ਪੜ੍ਹਾਉਂਗੀ। ਉਦੋਂ ਮੈਂ ਹੈਰਾਨੀ ਨਾਲ ਮਾਂ ਵੱਲ ਦੇਖਿਆ ਤੇ ਉਹਨਾਂ ਨੂੰ ਕਹਿਣ ਲੱਗੀ ਕਿ ਮਾਂ ਸਾਡਾ ਤਾਂ ਖਰਚਾ ਹੀ ਮੁਸ਼ਕਲ ਨਾਲ ਪੂਰਾ ਹੁੰਦਾ ਹੈ, ਇਹਨਾਂ ਹਾਲਾਤਾਂ ਵਿੱਚ ਤੁਸੀਂ ਨਵਾਂ ਘਰ ਕਿੱਥੋਂ ਲਓਗੇ? ਮਾਂ ਕਹਿਣ ਲੱਗੀ, ਇਹ ਤੇਰਾ ਸਿਰ ਦਰਦ ਨਹੀਂ ਹੈ, ਮੈਨੂੰ ਪਤਾ ਹੈ ਮੈਨੂੰ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ। ਇਹ ਕਹਿ ਕੇ ਮਾਂ ਉੱਠ ਕੇ ਰਸੋਈ ਵਿੱਚ ਚਲੀ ਗਈ ਤੇ ਮੇਰੇ ਦਿਮਾਗ ਵਿੱਚ ਖਿਆਲ ਆਇਆ ਕਿ ਜਦੋਂ ਮੇਰੇ ਪਿਤਾ ਜਿਉਂਦੇ ਸੀ ਉਦੋਂ ਵੀ ਮਾਂ ਪਿਤਾ ਜੀ ਨੂੰ ਅਕਸਰ ਇਹੀ ਜਿੱਦ ਕਰਦੀ ਸੀ ਕਿ ਮੈਂ ਇਸ ਮੁਹੱਲੇ ਵਿੱਚ ਨਹੀਂ ਰਹਿਣਾ ਚਾਹੁੰਦੀ, ਤੂੰ ਮੈਨੂੰ ਕਿਸੇ ਦੂਜੇ ਮੁਹੱਲੇ ਵਿੱਚ ਲੈ ਕੇ ਚੱਲ। ਮੇਰੇ ਪਿਤਾ ਜੀ ਹਮੇਸ਼ਾ ਹੀ ਕਹਿੰਦੇ ਸੀ ਕਿ ਮੇਰੀ ਤਨਖਾਹ ਇੰਨੀ ਨਹੀਂ ਹੈ ਕਿ ਮੈਂ ਤੇਰੇ ਲਈ ਨਵਾਂ ਘਰ ਲੈ ਸਕਾਂ। ਮੇਰੇ ਪਿਤਾ ਇੱਕ ਬੈਂਕ ਵਿੱਚ ਨੌਕਰੀ ਕਰਿਆ ਕਰਦੇ ਸੀ, ਚੰਗਾ ਖਾਸਾ ਪੈਸਾ ਕਮਾ ਰਹੇ ਸੀ। ਉਸ ਦੇ ਬਾਅਦ ਵੀ ਉਹ ਇੱਕ ਨਵਾਂ ਘਰ ਅਫੋਰਡ ਨਹੀਂ ਕਰ ਸਕਦੇ ਸੀ। ਮੇਰੀ ਮਾਂ ਤਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ, ਫਿਰ ਉਹ ਕਿਵੇਂ ਇੱਕ ਨਵਾਂ ਘਰ ਲੈਣ ਦੀ ਗੱਲ ਕਰ ਰਹੀ ਸੀ? ਇਹ ਗੱਲ ਮੇਰੇ ਲਈ ਬਹੁਤ ਅਜੀਬ ਜਿਹੀ ਸੀ। ਮੇਰਾ ਦਿਮਾਗ ਬਹੁਤ ਤੇਜ਼ ਕੰਮ ਕਰਨ ਲੱਗਿਆ ਸੀ, ਜਿਵੇਂ ਮੈਂ ਇੱਕ ਹੀ ਪਲ ਵਿੱਚ ਵੱਡੀ ਹੋ ਗਈ ਸੀ। ਹੁਣ ਮੈਂ ਹਰ ਚੀਜ਼ ਨੂੰ ਬਹੁਤ ਗੌਰ ਨਾਲ ਦੇਖਣ ਲੱਗੀ ਸੀ, ਹਰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗੀ ਸੀ। ਅੱਜ ਰਾਤ ਵੀ ਮਾਂ ਨੇ ਮੈਨੂੰ ਨੀਂਦ ਤੋਂ ਉਠਾ ਦਿੱਤਾ। ਮੈਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਮੈਂ ਅੱਜ ਜਲਦੀ ਤੋਂ ਜਲਦੀ ਜੂਸ ਲੈ ਕੇ ਵਾਪਸ ਕਮਰੇ ਵਿੱਚ ਜਾਵਾਂ ਤਾਂ ਕਿ ਮੈਨੂੰ ਬਾਹਰ ਨਾ ਸੁਣਾ ਪਵੇ, ਪਰ ਮੇਰੀ ਕਿਸਮਤ ਹੀ ਖਰਾਬ ਸੀ। ਜਦੋਂ ਮੈਂ ਵਾਪਸ ਆਈ ਤਾਂ ਮਾਂ ਅੰਦਰ ਤੋਂ ਕੁੰਡੀ ਲਗਾ ਚੁੱਕੀ ਸੀ। ਜਦੋਂ ਸਵੇਰ ਹੋਈ ਤਾਂ ਮੈਂ ਮਾਂ ਨੂੰ ਕਿਹਾ ਕਿ ਮਾਂ ਤੁਸੀਂ ਨੇ ਮੇਰੇ ਤੋਂ ਰਾਤ ਨੂੰ ਜੋ ਜੂਸ ਮੰਗਵਾਇਆ ਸੀ ਤੁਸੀਂ ਉਹ ਕਦੋਂ ਪੀਤਾ? ਮਾਂ ਮੈਨੂੰ ਗੁੱਸੇ ਦੀ ਨਜ਼ਰ ਨਾਲ ਦੇਖ ਕੇ ਬੋਲੀ, ਤੂੰ ਅੱਜਕੱਲ ਸਵਾਲ ਜਵਾਬ ਬਹੁਤ ਕਰਨ ਲੱਗੀ ਹੈ।
मैं बोली, नहीं माँ, मैं ਤਾਂ ਵੈਸੇ ਹੀ ਪੁੱਛ ਰਹੀ ਸੀ, ਕਿਉਂਕਿ ਜਦੋਂ ਮੈਂ ਜੂਸ ਲੈ ਕੇ ਆਈ ਤਾਂ ਤੁਸੀਂ ਕਮਰੇ ਨੂੰ ਅੰਦਰ ਤੋਂ ਕੁੰਡੀ ਲਗਾਈ ਹੋਈ ਸੀ ਤੇ ਮੈਂ ਇੰਤਜ਼ਾਰ ਕਰਦੇ ਕਰਦੇ ਬਾਹਰ ਦਰਵਾਜ਼ੇ ਤੇ ਹੀ ਸੋ ਗਈ। ਕਿਤੇ ਤੁਹਾਡਾ ਜੂਸ ਬਿੱਲੀ ਤਾਂ ਨਹੀਂ ਪੀ ਗਈ ਨਾ, ਇਸ ਲਈ ਪੁੱਛ ਰਹੀ ਹਾਂ। ਮਾਂ ਹੱਸਣ ਲੱਗੀ ਤੇ ਕਹਿਣ ਲੱਗੀ, ਅਰੇ ਪਾਗਲ, ਮੈਂ ਉਹ ਕੁੰਡੀ ਇਸ ਲਈ ਲਗਾਈ ਸੀ ਕਿ ਮੈਂ ਆਪਣੇ ਕੱਪੜੇ ਬਦਲ ਰਹੀ ਸੀ। ਤੂੰ ਇੱਕਦਮ ਆ ਕੇ ਦਰਵਾਜ਼ਾ ਨਾ ਖੋਲੇ। ਮੈਨੂੰ ਬਹੁਤ ਗਰਮੀ ਲੱਗ ਰਹੀ ਸੀ ਤਾਂ ਮੈਂ ਕੱਪੜੇ ਬਦਲ ਲਏ। ਕੱਪੜੇ ਬਦਲ ਕੇ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਤੂੰ ਦਰਵਾਜ਼ੇ ਤੇ ਹੀ ਸੋਈ ਹੋਈ ਸੀ। ਮੈਂ ਤੈਨੂੰ ਉਠਾ ਕੇ ਬੈੱਡ ਤੇ ਲਿਟਾ ਦਿੱਤਾ ਤੇ ਖੁਦ ਜੂਸ ਪੀ ਲਿਆ। ਤੈਨੂੰ ਪਤਾ ਹੈ ਨਾ, ਰਾਤ ਵਿੱਚ ਮੇਰੀ ਤਬੀਅਤ ਖਰਾਬ ਹੋ ਜਾਂਦੀ ਹੈ ਤਾਂ ਮੈਨੂੰ ਜੂਸ ਪੀਣ ਦੀ ਜ਼ਰੂਰਤ ਪੈਂਦੀ ਹੈ ਤੇ ਗਰਮੀ ਵੀ ਲੱਗਣ ਲੱਗਦੀ ਹੈ। ਸਾਡੇ ਕੋਲ ਹੁਣ ਏਸੀ ਨਹੀਂ ਹੈ, ਪਰ ਤੂੰ ਚਿੰਤਾ ਨਾ ਕਰ, ਮੈਂ ਬਹੁਤ ਜਲਦੀ ਏਸੀ ਲਗਵਾ ਲਵਾਂਗੀ। ਅਚਾਨਕ ਤੋਂ ਮੇਰੀ ਮਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗੀ ਸੀ। ਉਹਨਾਂ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਜਾਂਦੀ। ਹਾਲਾਂਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਸੀ, ਪਰ ਫਿਰ ਵੀ ਮਾਂ ਪਤਾ ਨਹੀਂ ਕਿਉਂ ਇਦਾਂ ਦੀ ਗੱਲ ਕਰਦੀ ਸੀ ਕਿ ਮੈਨੂੰ ਏਸੀ ਵੀ ਲੈਣਾ ਹੈ, ਨਵਾਂ ਘਰ ਲੈਣਾ ਹੈ, ਮੈਨੂੰ ਇਹ ਚੀਜ਼ ਲੈਣੀ ਹੈ, ਮੈਨੂੰ ਉਹ ਚੀਜ਼ ਲੈਣੀ ਹੈ। ਅਗਲੇ ਦਿਨ ਜਦੋਂ ਮੈਂ ਸਕੂਲ ਤੋਂ ਘਰ ਵਾਪਸ ਆਈ ਤਾਂ ਮਾਂ ਮੈਨੂੰ ਪਰੇਸ਼ਾਨ ਦੇਖ ਕੇ ਪੁੱਛਣ ਲੱਗੀ, ਕੀ ਹੋਇਆ, ਤੂੰ ਇੰਨੀ ਪਰੇਸ਼ਾਨ ਕਿਉਂ ਹੈ? ਮੈਂ ਕਹਿਣ ਲੱਗੀ, ਮਾਂ, ਮੇਰੀ ਕਲਾਸ ਦੇ ਕੰਮ ਲਈ ਲੈਪਟਾਪ ਦੀ ਜ਼ਰੂਰਤ ਹੈ। ਮੇਰੀ ਕਲਾਸ ਦੀਆਂ ਸਾਰੀਆਂ ਕੁੜੀਆਂ ਕੋਲ ਲੈਪਟਾਪ ਹੈ, ਪਰ ਮੈਂ ਲੈਪਟਾਪ ਅਫੋਰਡ ਨਹੀਂ ਕਰ ਸਕਦੀ। ਤੁਸੀਂ ਮੈਨੂੰ ਇੰਨੇ ਵੱਡੇ ਸਕੂਲ ਵਿੱਚ ਕਿਉਂ ਪਾਇਆ? ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਮੈਨੂੰ ਇੱਕ ਸਰਕਾਰੀ ਸਕੂਲ ਵਿੱਚ ਪਾ ਦਿੰਦੇ ਜਿੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਨਾ ਹੁੰਦੀ। ਮਾਂ ਕਹਿਣ ਲੱਗੀ, ਤੂੰ ਵੀ ਕਿਹੜੀਆਂ ਗੱਲਾਂ ਨੂੰ ਦਿਲ ਤੇ ਲੈ ਕੇ ਬੈਠ ਜਾਂਦੀ ਹੈ। ਜਲਦੀ ਨਾਲ ਖਾਣਾ ਖਾ ਕੇ ਤੂੰ ਆਰਾਮ ਕਰ ਲੈ। ਮੈਂ ਖਾਣਾ ਖਾਧਾ ਤੇ ਸੌਣ ਦੇ ਲਈ ਚਲੀ ਗਈ। ਮਾਂ ਘਰ ਤੋਂ ਬਾਹਰ ਚਲੀ ਗਈ। ਸ਼ਾਮ ਨੂੰ ਜਦੋਂ ਮੇਰੀ ਮਾਂ ਨੇ ਮੈਨੂੰ ਆ ਕੇ ਉਠਾਇਆ ਤੇ ਕਹਿਣ ਲੱਗੀ, ਤੇਰੇ ਲਈ ਮੇਰੇ ਕੋਲ ਇੱਕ ਸਰਪ੍ਰਾਈਜ਼ ਹੈ। ਮੈਂ ਬਹੁਤ ਹੈਰਾਨ ਹੋਈ ਤੇ ਸੋਚਣ ਲੱਗੀ ਕਿ ਆਖਰ ਮਾਂ ਕੋਲ ਮੇਰੇ ਲਈ ਕਿਹੜਾ ਸਰਪ੍ਰਾਈਜ਼ ਹੋਵੇਗਾ। ਮੈਂ ਅੱਖਾਂ ਮਲਦੀ ਹੋਈ ਬਾਹਰ ਨਿਕਲ ਆਈ। ਸਾਹਮਣੇ ਹੀ ਬੈੱਡ ਤੇ ਇੱਕ ਬਿਲਕੁਲ ਨਵੇਂ ਡੱਬੇ ਵਿੱਚ ਬੰਦ ਲੈਪਟਾਪ ਰੱਖਿਆ ਹੋਇਆ ਸੀ। ਇਹ ਲੈਪਟਾਪ ਦੇਖ ਕੇ ਹੀ ਮੇਰੀ ਨੀਂਦ ਉੱਡ ਗਈ ਸੀ। ਮੈਂ ਇਸ ਲੈਪਟਾਪ ਨੂੰ ਦੇਖ ਕੇ ਹੈਰਾਨ ਰਹਿ ਗਈ। ਮੈਂ ਮਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਇੰਨੇ ਪੈਸੇ ਕਿੱਥੋਂ ਆਏ? ਮਾਂ ਕਹਿਣ ਲੱਗੀ, ਤੂੰ ਅੰਬ ਖਾ, ਪੈੜ ਨਾ ਗਿਣ। ਮੈਂ ਜੋ ਕੁਝ ਵੀ ਕਰ ਰਹੀ ਹਾਂ ਉਹ ਤੇਰੇ ਲਈ ਹੀ ਕਰ ਰਹੀ ਹਾਂ। ਤੈਨੂੰ ਕਿਸੇ ਗੱਲ ਦੀ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਲੈਪਟਾਪ ਦੇਖ ਕੇ ਇੰਨੀ ਖੁਸ਼ ਹੋ ਗਈ ਸੀ ਕਿ ਬਾਕੀ ਹਰ ਚੀਜ਼ ਭੁੱਲ ਗਈ। ਮੈਂ ਬੋਲੀ, ਮਾਂ, ਤੁਸੀਂ ਇੱਥੇ ਹੀ ਰਹੋ, ਮੈਂ ਆਪਣੇ ਦੋਸਤ ਤੋਂ ਲੈਪਟਾਪ ਚਲਾਉਣਾ ਸਿੱਖ ਕੇ ਆਉਂਦੀ ਹਾਂ। ਸਾਡੇ ਗੁਆਂਢ ਵਿੱਚ ਹੀ ਮੇਰੀ ਇੱਕ ਦੋਸਤ ਰਹਿੰਦੀ ਸੀ। ਉਹ ਮੇਰੀ ਕਲਾਸ ਵਿੱਚ ਹੀ ਸੀ। ਉਸਦੇ ਕੋਲ ਪਹਿਲਾਂ ਤੋਂ ਲੈਪਟਾਪ ਸੀ, ਇਸ ਲਈ ਉਸ ਨੂੰ ਲੈਪਟਾਪ ਚਲਾਉਣਾ ਆਉਂਦਾ ਸੀ, ਜਦੋਂ ਕਿ ਮੇਰੇ ਕੋਲ ਅੱਜ ਹੀ ਆਇਆ ਸੀ ਤੇ ਮੈਨੂੰ ਚਲਾਉਣਾ ਵੀ ਨਹੀਂ ਆਉਂਦਾ ਸੀ। ਇਸ ਲਈ ਮੈਂ ਸੋਚਿਆ ਕਿ ਮੈਂ ਉਸ ਤੋਂ ਮਦਦ ਮੰਗ ਲੈਂਦੀ ਹਾਂ। ਮੈਂ ਜਦੋਂ ਆਪਣੀ ਦੋਸਤ ਦੇ ਘਰ ਗਈ ਤਾਂ ਉਹ ਮੇਰਾ ਲੈਪਟਾਪ ਦੇਖ ਕੇ ਹੈਰਾਨ ਰਹਿ ਗਈ। ਕਹਿਣ ਲੱਗੀ, ਮਾਂ, ਇਹ ਦੇਖ, ਇਹ ਉਹੀ ਲੈਪਟਾਪ ਹੈ ਜਿਸ ਦਾ ਮੈਂ ਕਹਿ ਰਹੀ ਸੀ। ਤੁਸੀਂ ਮੈਨੂੰ ਦਵਾ ਦਿਓ। ਪਰ ਪਿਤਾ ਜੀ ਤਾਂ ਮੇਰੇ ਲਈ ਉਹ ਗੰਦਾ ਜਿਹਾ ਲੈਪਟਾਪ ਉਠਾ ਕੇ ਲੈ ਆਏ। ਮੈਨੂੰ ਤਾਂ ਇਸ ਕੰਪਨੀ ਦਾ ਹੀ ਲੈਪਟਾਪ ਚਾਹੀਦਾ ਸੀ। ਗੁਆਂਢ ਵਾਲੀ ਆਂਟੀ, ਮਤਲਬ ਮੇਰੇ ਦੋਸਤ ਦੀ ਮਾਂ, ਸਾਡੇ ਕੋਲ ਆ ਕੇ ਮੇਰਾ ਲੈਪਟਾਪ ਦੇਖਣ ਲੱਗੀ। ਕਹਿਣ ਲੱਗੀ, ਸੱਚ ਵਿੱਚ ਇਹ ਲੈਪਟਾਪ ਤਾਂ ਬਹੁਤ ਚੰਗਾ ਹੈ। ਉਹ ਮੈਨੂੰ ਪੁੱਛਣ ਲੱਗੀ ਕਿ ਇਹ ਤੂੰ ਕਿੱਥੋਂ ਉਠਾ ਕੇ ਲਿਆਈ ਹੈ, ਕਿਸ ਦਾ ਹੈ? ਮੈਂ ਬੋਲੀ, ਮੇਰਾ ਹੈ। ਤੇ ਕਿਸ ਦਾ ਕੀ ਮਤਲਬ ਹੈ? ਮੇਰੇ ਲਈ ਅੱਜ ਹੀ ਮਾਂ ਲੈ ਕੇ ਆਈ ਹੈ। ਆਂਟੀ ਨੇ ਮੇਰੇ ਵੱਲ ਬਹੁਤ ਹੈਰਾਨੀ ਨਾਲ ਦੇਖਿਆ ਤੇ ਕਹਿਣ ਲੱਗੀ, ਤੇਰੀ ਮਾਂ ਕੋਲ ਇੰਨਾ ਪੈਸਾ ਕਿੱਥੋਂ ਆ ਗਿਆ ਕਿ ਉਹ ਲੈਪਟਾਪ ਵੀ ਖਰੀਦਦੀ ਫਿਰ ਰਹੀ ਹੈ? ਮੈਂ ਕਹਿਣ ਲੱਗੀ, ਆਂਟੀ, ਤੁਸੀਂ ਤਾਂ ਜਾਣਦੇ ਹੋ ਮੇਰੀ ਮਾਂ ਘਰ ਘਰ ਵਿੱਚ ਜਾ ਕੇ ਕੰਮ ਕਰਦੀ ਹੈ। ਹੋ ਸਕਦਾ ਹੈ ਉਹਨਾਂ ਨੇ ਆਪਣੀ ਮਾਲਕਨ ਤੋਂ ਪੈਸੇ ਲੈ ਲਏ ਹੋਣ। ਉਹ ਹੱਸਣ ਲੱਗੀ ਤੇ ਕਹਿਣ ਲੱਗੀ, ਚੰਗਾ, ਮੇਰਾ ਪਤੀ ਤਾਂ ਚੰਗਾ ਭਲਾ ਕਮਾਉਂਦਾ ਹੈ, ਤੈਨੂੰ ਤਾਂ ਪਤਾ ਹੀ ਹੈ। ਉਹ ਇੱਕ ਦਫ਼ਤਰ ਵਿੱਚ ਚੰਗੀ ਪੋਸਟ ਤੇ ਕੰਮ ਕਰਦਾ ਹੈ, ਪਰ ਫਿਰ ਵੀ ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਅਸੀਂ ਆਪਣੀ ਕੁੜੀ ਨੂੰ ਤੇਰੇ ਵਰਗਾ ਮਹਿੰਗੇ ਵਾਲਾ ਲੈਪਟਾਪ ਦਵਾ ਸਕੀਏ। ਤੇ ਫਿਰ ਤੂੰ ਮੈਨੂੰ ਇੱਕ ਗੱਲ ਦੱਸ, ਜਦੋਂ ਤੇਰੀ ਮਾਂ ਸਾਰਾ ਦਿਨ ਘਰ ਤੋਂ ਨਿਕਲਦੀ ਹੀ ਨਹੀਂ ਤਾਂ ਫਿਰ ਉਹ ਕਿਹੜਾ ਕੰਮ ਕਰਦੀ ਹੈ? ਕੀ ਘਰ ਵਿੱਚ ਹੀ ਉਸਨੇ ਕੋਈ ਸੈਂਟਰ ਖੋਲ ਰੱਖਿਆ ਹੈ? ਮੈਂ ਆਂਟੀ ਦੀ ਗੱਲ ਸੁਣ ਕੇ ਬੋਲੀ, ਨਹੀਂ ਨਹੀਂ ਆਂਟੀ, ਮਾਂ ਕੰਮ ਕਰਦੀ ਹੈ। ਉਹ ਵੱਡੀ ਵੱਡੀ ਹਵੇਲੀਆਂ ਵਿੱਚ ਕੰਮ ਕਰਨ ਜਾਂਦੀ ਹੈ, ਦਿਨ ਭਰ ਤਾਂ ਉੱਥੇ ਹੀ ਰਹਿੰਦੀ ਹੈ। ਉਹ ਕਹਿਣ ਲੱਗੀ, ਇਹ ਝੂਠ ਤੂੰ ਕਿਤੇ ਹੋਰ ਜਾ ਕੇ ਬੋਲਣਾ। ਅਸੀਂ ਮੁਹੱਲੇ ਵਾਲੇ ਸਵੇਰ ਤੋਂ ਤੇਰੀ ਮਾਂ ਨੂੰ ਦੇਖਦੇ ਹਾਂ। ਉਹ ਆਪਣੇ ਘਰ ਵਿੱਚ ਹੀ ਰਹਿੰਦੀ ਹੈ ਤੇ ਫਿਰ ਰਾਤ ਨੂੰ ਇੱਕ ਵੱਡੀ ਜਿਹੀ ਕਾਲੀ ਗੱਡੀ ਆ ਕੇ ਤੇਰੇ ਘਰ ਦੇ ਕੋਲ ਰੁਕ ਜਾਂਦੀ ਹੈ। ਮੁਹੱਲੇ ਵਾਲੇ ਵੀ ਇਸ ਚੀਜ਼ ਤੋਂ ਬਹੁਤ ਜ਼ਿਆਦਾ ਨਾਰਾਜ਼ ਹਨ। ਮੈਂ ਤਾਂ ਇੱਥੋਂ ਤੱਕ ਸੁਣਿਆ ਹੈ ਕਿ ਇਹਨਾਂ ਲੋਕਾਂ ਨੇ ਠਾਣ ਲਈ ਹੈ ਇਹ ਤੈਨੂੰ ਤੇ ਤੇਰੀ ਮਾਂ ਨੂੰ ਇਸ ਮੁਹੱਲੇ ਤੋਂ ਕੱਢ ਕੇ ਹੀ ਰਹਿਣਗੇ, ਕਿਉਂਕਿ ਇਹ ਇੱਕ ਸ਼ਰੀਫਾਂ ਦਾ ਮੁਹੱਲਾ ਹੈ। ਇੱਥੇ ਤੁਹਾਡੇ ਵਰਗਿਆਂ ਦੀ ਇਦਾਂ ਦੀ ਹਰਕਤ ਨਹੀਂ ਹੋਣ ਦੇਣਗੇ।
ਤੇ ਤੀ ਤੂੰ ਵੀ ਸਾਡੇ ਘਰ ਨਾ ਆਇਆ ਕਰ। ਇਹ ਨਾ ਹੋਵੇ ਕਿ ਮੁਹੱਲੇ ਵਾਲੇ ਸਾਡਾ ਵੀ ਜੀਣਾ ਹਰਾਮ ਕਰ ਦੇਣ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਸੀ। ਆਂਟੀ ਇਹ ਕਿੱਦਾਂ ਦੀ ਗੱਲ ਕਰ ਰਹੀ ਹੈ? ਮੈਂ ਬੋਲੀ, ਆਂਟੀ ਤੁਸੀਂ ਇਹ ਸਭ ਕੀ ਕਹਿ ਰਹੇ ਹੋ? ਆਂਟੀ ਕਹਿਣ ਲੱਗੀ, ਹੁਣ ਤੂੰ ਇੰਨੀ ਛੋਟੀ ਬੱਚੀ ਵੀ ਨਹੀਂ ਹੈ, 8ਵੀਂ ਕਲਾਸ ਵਿੱਚ ਪੜ੍ਹਦੀ ਹੈ। 8ਵੀਂ ਕਲਾਸ ਦੀਆਂ ਕੁੜੀਆਂ ਤਾਂ ਵਿਆਹ ਕਰਕੇ ਆਪਣੇ ਸਹੁਰੇ ਚਲੀਆਂ ਜਾਂਦੀਆਂ ਹਨ। ਮੈਨੂੰ ਪਤਾ ਹੈ ਕਿ ਤੂੰ ਵੀ ਆਪਣੀ ਮਾਂ ਨਾਲ ਪੂਰੀ ਮਿਲੀ ਹੋਈ ਹੈ, ਇਸ ਲਈ ਇਹ ਮਹਿੰਗਾ ਲੈਪਟਾਪ ਉਠਾ ਕੇ ਸਾਡੇ ਘਰ ਆ ਗਈ। ਜੇ ਤੂੰ ਸ਼ਰੀਫ ਹੁੰਦੀ ਤਾਂ ਤੂੰ ਇਸ ਲੈਪਟਾਪ ਨੂੰ ਦੇਖ ਕੇ ਆਪਣੀ ਮਾਂ ਨੂੰ ਸਵਾਲ ਜਵਾਬ ਕਰਦੀ ਕਿ ਆਖਰ ਉਹਨਾਂ ਕੋਲ ਇੰਨੇ ਪੈਸੇ ਕਿੱਥੋਂ ਆਏ। ਪਰ ਤੂੰ ਕੁਝ ਨਹੀਂ ਕਿਹਾ। ਇਸ ਦਾ ਇਹੀ ਮਤਲਬ ਹੈ ਕਿ ਤੂੰ ਵੀ ਆਪਣੀ ਮਾਂ ਦੇ ਧੰਦੇ ਵਿੱਚ ਬਰਾਬਰ ਦੀ ਹਿੱਸੇਦਾਰ ਹੈ। ਮੈਂ ਆਪਣੀਆਂ ਅੱਖਾਂ ਵਿੱਚ ਹੰਝੂ ਲੈ ਕੇ ਆਪਣਾ ਲੈਪਟਾਪ ਉਠਾ ਕੇ ਆਪਣੇ ਘਰ ਵਾਪਸ ਆ ਗਈ। ਆਂਟੀ ਨੇ ਜੋ ਗੱਲ ਕੀਤੀ ਸੀ ਉਹ ਬਹੁਤ ਬੁਰੀ ਸੀ। ਉਹਨਾਂ ਨੇ ਮੇਰੇ ਤੇ ਮੇਰੀ ਮਾਂ ਦੇ ਚਰਿੱਤਰ ਤੇ ਉਂਗਲ ਉਠਾਈ ਸੀ ਤੇ ਸਾਡੇ ਲਈ ਧੰਦੇ ਦਾ ਸ਼ਬਦ ਇਸਤੇਮਾਲ ਕੀਤਾ ਸੀ, ਜੋ ਕਿ ਮੈਂ ਕਿਸੇ ਵੀ ਹਾਲ ਵਿੱਚ ਬਰਦਾਸ਼ਤ ਨਹੀਂ ਕਰ ਸਕਦੀ ਸੀ। ਮਾਂ ਨੇ ਜਦੋਂ ਮੇਰਾ ਰੋਂਦਾ ਹੋਇਆ ਚਿਹਰਾ ਦੇਖਿਆ ਤਾਂ ਮੈਨੂੰ ਪੁੱਛਣ ਲੱਗੀ, ਕੀ ਹੋਇਆ ਹੈ? ਤੂੰ ਇੰਨੀ ਉਦਾਸ ਕਿਉਂ ਹੈ? ਤਾਂ ਮੈਂ ਬੋਲੀ, ਮਾਂ, ਗੁਆਂਢ ਵਾਲੀ ਆਂਟੀ ਮੈਨੂੰ ਪੁੱਛ ਰਹੀ ਸੀ ਕਿ ਤੇਰੀ ਮਾਂ ਕੋਲ ਇੰਨੇ ਪੈਸੇ ਕਿੱਥੋਂ ਆਏ ਕਿ ਉਹਨਾਂ ਨੇ ਇੰਨਾ ਮਹਿੰਗਾ ਲੈਪਟਾਪ ਖਰੀਦ ਲਿਆ। ਮਾਂ ਕਹਿਣ ਲੱਗੀ, ਤੂੰ ਇਹਨਾਂ ਲੋਕਾਂ ਦੀਆਂ ਗੱਲਾਂ ਨੂੰ ਦਿਲ ਤੇ ਨਾ ਲੈ। ਅਸਲ ਵਿੱਚ ਮਿਰਚੀ ਤਾਂ ਇਹਨਾਂ ਨੂੰ ਉਦੋਂ ਲੱਗੇਗੀ ਜਦੋਂ ਮੈਂ ਨਵੀਂ ਗੱਡੀ ਲੈ ਲਵਾਂਗੀ। ਫਿਰ ਦੇਖਣਾ ਇਹਨਾਂ ਲੋਕਾਂ ਦੇ ਚਿਹਰੇ ਕਿਵੇਂ ਉਤਰਦੇ ਹਨ। ਇਹ ਗੱਲ ਸੁਣ ਕੇ ਮੈਂ ਹੋਰ ਜ਼ਿਆਦਾ ਪਰੇਸ਼ਾਨ ਹੋ ਗਈ ਕਿ ਆਖਰ ਮੇਰੀ ਮਾਂ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਹਨ। ਆਂਟੀ ਦੀ ਗੱਲ ਮੇਰੇ ਦਿਮਾਗ ਵਿੱਚ ਘੁੰਮ ਰਹੀ ਸੀ। ਮੇਰਾ ਦਿਲ ਬੈਠਿਆ ਜਾ ਰਿਹਾ ਸੀ, ਕਿਤੇ ਉਹ ਜੋ ਕਹਿ ਰਹੀ ਸੀ ਉਹ ਸੱਚ ਤਾਂ ਨਹੀਂ ਸੀ। ਪਰ ਮੈਂ ਇਹ ਗੱਲ ਕਿਸੇ ਵੀ ਹਾਲ ਵਿੱਚ ਮੰਨਣ ਨੂੰ ਤਿਆਰ ਨਹੀਂ ਸੀ ਕਿ ਮੇਰੀ ਮਾਂ ਦੇ ਚਰਿੱਤਰ ਵਿੱਚ ਕੋਈ ਖਰਾਬੀ ਹੈ। ਖੈਰ, ਮੈਂ ਵੀ ਸੋਚ ਲਿਆ ਕਿ ਹੁਣ ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਹੀ ਰਹੂੰਗੀ। ਮੈਂ ਸਾਰੀ ਸੱਚਾਈ ਜਾਣ ਕੇ ਹੀ ਰਹੂੰਗੀ। ਰਾਤ ਨੂੰ ਫਿਰ ਤੋਂ ਮਾਂ ਨੇ ਮੈਨੂੰ ਨੀਂਦ ਤੋਂ ਉਠਾ ਕੇ ਜੂਸ ਮੰਗਿਆ ਸੀ। ਮੈਂ ਜੂਸ ਲਈ, ਪਰ ਫਿਰ ਤੋਂ ਮੇਰੀ ਅੱਖ ਲੱਗ ਗਈ ਸੀ। ਅੱਜ ਜੋ ਰਾਜ਼ ਮੈਂ ਪਤਾ ਕਰਨਾ ਚਾਹੁੰਦੀ ਸੀ ਉਹ ਮੈਂ ਪਤਾ ਨਹੀਂ ਕਰ ਸਕੀ, ਪਰ ਮੈਂ ਹਰ ਹਾਲ ਵਿੱਚ ਸੱਚ ਜਾਣਨਾ ਚਾਹੁੰਦੀ ਸੀ। ਇਸ ਲਈ ਮੈਂ ਬਹਾਨਾ ਬਣਾਇਆ ਕਿ ਮਾਂ, ਅੱਜ ਮੇਰੀ ਤਬੀਅਤ ਖਰਾਬ ਹੈ, ਮੈਂ ਸਕੂਲ ਨਹੀਂ ਜਾਣਾ ਚਾਹੁੰਦੀ। ਮੈਂ ਇਹ ਬਹਾਨਾ ਇਸ ਲਈ ਬਣਾਇਆ ਸੀ ਕਿਉਂਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਮੇਰੀ ਮਾਂ ਹਵੇਲੀਆਂ ਵਿੱਚ ਕੰਮ ਕਰਨ ਜਾਂਦੀ ਵੀ ਹੈ ਜਾਂ ਨਹੀਂ। ਮਾਂ ਨੇ ਜਦੋਂ ਮੇਰੀ ਗੱਲ ਸੁਣੀ ਤਾਂ ਘਬਰਾ ਗਈ ਤੇ ਕਹਿਣ ਲੱਗੀ, ਤੂੰ ਦਵਾਈ ਖਾ ਲੈ ਤੇ ਸਕੂਲ ਚਲੀ ਜਾ, ਤੇਰੀ ਪੜ੍ਹਾਈ ਖਰਾਬ ਨਹੀਂ ਹੋਣੀ ਚਾਹੀਦੀ। ਮੈਂ ਬੋਲੀ, ਮਾਂ, ਅੱਜ ਮੇਰੇ ਵਿੱਚ ਬਿਲਕੁਲ ਵੀ ਹਿੰਮਤ ਨਹੀਂ ਹੈ, ਇਸ ਲਈ ਮੈਂ ਨਹੀਂ ਜਾਊਂਗੀ। ਮਾਂ ਕਹਿਣ ਲੱਗੀ ਕਿ ਠੀਕ ਹੈ, ਜੇ ਅੱਜ ਤੇਰੀ ਤਬੀਅਤ ਖਰਾਬ ਹੈ ਤਾਂ ਅੱਜ ਮੈਂ ਵੀ ਕੰਮ ਤੋਂ ਛੁੱਟੀ ਕਰ ਲੈਂਦੀ ਹਾਂ। ਹੁਣ ਮੈਂ ਆਪਣੀ ਬਿਮਾਰ ਕੁੜੀ ਨੂੰ ਛੱਡ ਕੇ ਕੰਮ ਤੇ ਤਾਂ ਨਹੀਂ ਜਾ ਸਕਦੀ। ਮੈਂ ਮਾਂ ਨੂੰ ਕਿਹਾ, ਮਾਂ, ਤੁਸੀਂ ਮੇਰੀ ਚਿੰਤਾ ਨਾ ਕਰੋ, ਤੁਸੀਂ ਆਰਾਮ ਨਾਲ ਕੰਮ ਤੇ ਜਾਓ, ਮੈਂ ਆਪਣਾ ਖਿਆਲ ਖੁਦ ਰੱਖ ਸਕਦੀ ਹਾਂ। ਹੁਣ ਮੈਂ ਵੱਡੀ ਹੋ ਚੁੱਕੀ ਹਾਂ। ਮਾਂ ਕਹਿਣ ਲੱਗੀ, ਨਹੀਂ, ਐਦਾਂ ਤਾਂ ਨਾਮੁਮਕਿਨ ਹੈ। ਤੂੰ ਬਿਮਾਰ ਹੈ ਤੇ ਮੈਂ ਕੰਮ ਕਰਦੀ ਫਿਰਾਂ, ਤੈਨੂੰ ਇਸ ਹਾਲਤ ਵਿੱਚ ਛੱਡ ਕੇ ਜਾਊਂਗੀ ਤਾਂ ਮੈਨੂੰ ਇੱਕ ਪਲ ਲਈ ਵੀ ਸਕੂਨ ਨਹੀਂ ਆਵੇਗਾ। ਤੂੰ ਤਾਂ ਜਾਣਦੀ ਹੈ ਕਿ ਤੇਰੇ ਪਿਤਾ ਦੇ ਜਾਣ ਤੋਂ ਬਾਅਦ ਤੂੰ ਹੀ ਮੇਰਾ ਸਹਾਰਾ ਹੈ। ਜੋ ਕੁਝ ਵੀ ਹੈ ਮੇਰੇ ਲਈ ਸਿਰਫ ਤੇ ਸਿਰਫ ਤੂੰ ਹੀ ਹੈ। ਤੇਰੇ ਲਈ ਹੀ ਤਾਂ ਕੰਮ ਕਰਦੀ ਹਾਂ ਤੇ ਪੈਸੇ ਜਮ੍ਹਾਂ ਕਰ ਰਹੀ ਹਾਂ। ਮੈਂ ਸਿਰ ਹਿਲਾ ਦਿੱਤਾ। ਮੇਰੀ ਦਾਲ ਨਹੀਂ ਗਲੀ ਸੀ। ਮਾਂ ਮੈਨੂੰ ਉਹਨਾਂ ਦਾ ਰਾਜ਼ ਪਤਾ ਨਹੀਂ ਲੱਗਣ ਦੇਣਾ ਚਾਹੁੰਦੀ ਸੀ। ਅੱਜ ਉਹ ਸਾਰਾ ਦਿਨ ਘਰ ਵਿੱਚ ਹੀ ਰਹੀ ਤੇ ਮੇਰਾ ਖਿਆਲ ਰੱਖਦੀ ਰਹੀ। ਉਹ ਮੈਨੂੰ ਕਹਿੰਦੀ ਰਹੀ ਕਿ ਚੱਲ ਡਾਕਟਰ ਕੋਲ ਚੱਲਦੇ ਹਾਂ, ਤੇਰੀ ਦਵਾਈ ਲੈ ਕੇ ਆਉਂਦੇ ਹਾਂ। ਪਰ ਮੈਂ ਜਾਣ ਤੋਂ ਮਨਾ ਕਰ ਦਿੱਤਾ ਤੇ ਮੈਂ ਬੋਲੀ, ਮੈਂ ਇਦਾਂ ਹੀ ਠੀਕ ਹੋ ਜਾਊਂਗੀ। ਹੁਣ ਬਸ ਮੈਨੂੰ ਰਾਤ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਕਿਉਂਕਿ ਰਾਤ ਨੂੰ ਜਿਸ ਸਮੇਂ ਮਾਂ ਮੈਨੂੰ ਜੂਸ ਲੈਣ ਭੇਜਦੀ ਉਦੋਂ ਮੈਂ ਸਾਰਾ ਰਾਜ਼ ਪਤਾ ਕਰ ਸਕਦੀ ਸੀ। ਰਾਤ ਨੂੰ ਮੈਂ ਗੂੜੀ ਨੀਂਦ ਵਿੱਚ ਨਹੀਂ ਸੋਈ ਹੋਈ ਸੀ। ਮਾਂ ਨੇ ਮੈਨੂੰ ਉਠਾਇਆ ਤੇ ਕਹਿਣ ਲੱਗੀ, ਮੇਰੇ ਲਈ ਫ੍ਰਿਜ ਤੋਂ ਜੂਸ ਲੈ ਕੇ ਆ। ਮੈਂ ਬੋਲੀ, ਠੀਕ ਹੈ ਮਾਂ, ਮੈਂ ਲੈ ਕੇ ਆਉਂਦੀ ਹਾਂ। ਮੈਂ ਇੰਨਾ ਕਹਿ ਕੇ ਦਰਵਾਜ਼ੇ ਤੋਂ ਨਿਕਲ ਗਈ। ਉਸ ਸਮੇਂ ਮਾਂ ਬਾਥਰੂਮ ਵਿੱਚ ਚਲੀ ਗਈ ਸੀ ਤੇ ਮੈਂ ਜਲਦੀ ਨਾਲ ਦੁਬਾਰਾ ਤੋਂ ਕਮਰੇ ਵਿੱਚ ਜਾ ਕੇ ਲੁੱਕ ਕੇ ਬੈਠ ਗਈ। ਮਾਂ ਨੂੰ ਨਹੀਂ ਪਤਾ ਚੱਲਿਆ ਕਿ ਮੈਂ ਉਹਨਾਂ ਨੂੰ ਚਕਮਾ ਦੇ ਕੇ ਵਾਪਸ ਕਮਰੇ ਵਿੱਚ ਆ ਗਈ ਹਾਂ। ਮਾਂ ਜਦੋਂ ਬਾਥਰੂਮ ਤੋਂ ਨਿਕਲੀ ਤਾਂ ਜਲਦੀ ਨਾਲ ਕਮਰੇ ਦੇ ਦਰਵਾਜ਼ੇ ਨੂੰ ਕੁੰਡੀ ਲਗਾ ਦਿੱਤੀ ਤੇ ਫਿਰ ਉਹਨਾਂ ਨੇ ਜੋ ਕੀਤਾ ਉਸ ਨੂੰ ਦੇਖ ਕੇ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਸੀ। ਮਾਂ ਨੇ ਕਮਰੇ ਦੀ ਖਿੜਕੀ ਨੂੰ ਖੋਲ੍ਹ ਦਿੱਤਾ ਸੀ ਤੇ ਕਿਸੇ ਨੂੰ ਇਸ਼ਾਰਾ ਕਰਕੇ ਕਮਰੇ ਵਿੱਚ ਬੁਲਾਉਣ ਲੱਗੀ ਸੀ। ਇਹ ਗੱਲ ਮੇਰੀ ਬਰਦਾਸ਼ਤ ਤੋਂ ਬਾਹਰ ਸੀ। ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੁਝ ਕਹਿੰਦੀ, ਉਦੋਂ ਕਮਰੇ ਵਿੱਚ ਇੱਕ ਆਦਮੀ ਆ ਗਿਆ। ਉਸਨੇ ਖੁਦ ਨੂੰ ਸਿਰ ਤੋਂ ਪੈਰ ਤੱਕ ਕਾਲੀ ਚਾਦਰ ਨਾਲ ਛੁਪਾਇਆ ਹੋਇਆ ਸੀ। ਮੈਂ ਉਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਗਈ। ਮਾਂ ਉਸ ਨੂੰ ਦੇਖ ਕੇ ਕਹਿਣ ਲੱਗੀ, ਚੰਗਾ ਹੋਇਆ ਤੂੰ ਆ ਗਿਆ।
ਮੈਂ ਬਹੁਤ ਦੇਰ ਤੋਂ ਤੇਰੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਪ੍ਰੀਤ ਨੂੰ ਵੀ ਕਮਰੇ ਤੋਂ ਬਾਹਰ ਭੇਜ ਦਿੱਤਾ ਹੈ। ਹੁਣ ਤੇਰੇ ਜਾਣ ਤੋਂ ਬਾਅਦ ਹੀ ਉਸ ਨੂੰ ਕਮਰੇ ਵਿੱਚ ਉਠਾ ਕੇ ਲਿਆਉਂਗੀ। ਮੈਨੂੰ ਕੁਝ ਪੈਸਿਆਂ ਦੀ ਜ਼ਰੂਰਤ ਹੈ ਤਾਂ ਮੈਨੂੰ ਪੈਸੇ ਦੇ ਦਿਓ। ਮੈਂ ਆਪਣੀ ਕੁੜੀ ਪ੍ਰੀਤ ਲਈ ਨਵੇਂ ਕੱਪੜੇ ਖਰੀਦਣਾ ਚਾਹੁੰਦੀ ਹਾਂ। ਉਸਨੇ ਬਹੁਤ ਦਿਨ ਗਰੀਬੀ ਵਿੱਚ ਗੁਜ਼ਾਰੇ ਹਨ। ਹੁਣ ਮੈਂ ਉਸ ਨੂੰ ਹਰ ਤਰ੍ਹਾਂ ਦੀਆਂ ਖੁਸ਼ੀਆਂ ਦੇਣਾ ਚਾਹੁੰਦੀ ਹਾਂ। ਹੁਣ ਤੱਕ ਉਸ ਆਦਮੀ ਨੇ ਆਪਣੇ ਸਿਰ ਤੋਂ ਚੱਦਰ ਨਹੀਂ ਉਤਾਰੀ ਸੀ। ਮੈਂ ਇੱਕਦਮ ਨਾਲ ਖੜੀ ਹੋ ਗਈ ਤੇ ਬੋਲੀ, ਮਾਂ ਤੂੰ ਇਹ ਸਭ ਕੀ ਕਰ ਰਹੀ ਹੈ? ਤੁਸੀਂ ਮੇਰੇ ਬਾਪ ਨਾਲ ਧੋਖੇਬਾਜ਼ੀ ਕਰ ਰਹੇ ਹੋ। ਮਾਂ ਮੈਂ ਭੁੱਖੀ ਵੀ ਮਰ ਜਾਂਦੀ ਤਾਂ ਵੀ ਤੁਹਾਨੂੰ ਕਦੇ ਸ਼ਿਕਾਇਤ ਨਹੀਂ ਕਰਦੀ। ਮੈਨੂੰ ਨਵੇਂ ਕੱਪੜਿਆਂ, ਜੁੱਤਿਆਂ ਤੇ ਪੈਸਿਆਂ ਦੀ ਜ਼ਰੂਰਤ ਨਹੀਂ ਹੈ। ਮੈਨੂੰ ਤੁਹਾਡੀ ਇੱਜ਼ਤ ਦੀ ਜ਼ਰੂਰਤ ਹੈ। ਮੈਨੂੰ ਇਹ ਉਮੀਦ ਨਹੀਂ ਸੀ ਕਿ ਤੁਸੀਂ ਇਹ ਸਭ ਕਰੋਗੇ। ਤੁਸੀਂ ਇਹ ਸਭ ਕੁਝ ਕਿਉਂ ਕੀਤਾ? ਤੁਸੀਂ ਇੱਕ ਗੈਰ ਮਰਦ ਨੂੰ ਸਾਡੇ ਘਰ ਵਿੱਚ ਬੁਲਾ ਲਿਆ। ਇਸ ਦਾ ਮਤਲਬ ਜੋ ਲੋਕ ਮੁਹੱਲੇ ਵਿੱਚ ਗੱਲ ਕਰ ਰਹੇ ਸੀ ਉਹ ਸਭ ਕੁਝ ਠੀਕ ਸੀ। ਕੱਲ ਵੀ ਮੈਨੂੰ ਆਂਟੀ ਨੇ ਕਿਹਾ ਸੀ ਕਿ ਰਾਤ ਸਮੇਂ ਤੁਹਾਡੇ ਘਰ ਕੋਲ ਇੱਕ ਕਾਲੀ ਗੱਡੀ ਆ ਕੇ ਰੁਕਦੀ ਹੈ ਤੇ ਉਸ ਵਿੱਚੋਂ ਕੋਈ ਆਦਮੀ ਨਿਕਲ ਕੇ ਤੁਹਾਡੇ ਘਰ ਜਾਂਦਾ ਹੈ। ਮੁਹੱਲੇ ਦੇ ਸਾਰੇ ਲੋਕ ਸਾਡੇ ਖਿਲਾਫ ਹੋ ਗਏ ਹਨ। ਉਹ ਸਾਨੂੰ ਇਸ ਮੁਹੱਲੇ ਤੋਂ ਕੱਢ ਦੇਣਾ ਚਾਹੁੰਦੇ ਹਨ। ਤੁਸੀਂ ਇਹ ਸਭ ਕੁਝ ਕਿਉਂ ਕੀਤਾ? ਮੈਂ ਤਾਂ ਕਿਸੇ ਨਾਲ ਨਜ਼ਰਾਂ ਮਿਲਾਉਣ ਦੇ ਵੀ ਕਾਬਿਲ ਨਹੀਂ ਰਹੀ। ਹੁਣ ਸਾਨੂੰ ਇਸ ਮੁਹੱਲੇ ਤੋਂ ਕੱਢ ਦਿੱਤਾ ਜਾਵੇਗਾ। ਕੀ ਤੁਹਾਡੇ ਕੋਲ ਕੋਈ ਦੂਜਾ ਠਿਕਾਣਾ ਹੈ? ਦੱਸੋ ਮੈਨੂੰ, ਅਸੀਂ ਕਿੱਥੇ ਜਾਵਾਂਗੇ? ਉਸ ਸਮੇਂ ਇਸ ਆਦਮੀ ਨੇ ਆਪਣੇ ਸਿਰ ਤੋਂ ਚੱਦਰ ਉਤਾਰ ਦਿੱਤੀ। ਉਸ ਆਦਮੀ ਨੂੰ ਦੇਖ ਕੇ ਤਾਂ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਉਹ ਕੋਈ ਹੋਰ ਨਹੀਂ ਬਲਕਿ ਮੇਰਾ ਸਕਾ ਬਾਪ ਸੀ, ਜਿਸ ਦੀ ਮੌਤ ਹੋ ਚੁੱਕੀ ਸੀ, ਜਿਸ ਦੀ ਅਰਥੀ ਮੈਂ ਖੁਦ ਦੇਖੀ ਸੀ। ਮੈਂ ਬੋਲੀ, ਪਿਤਾ ਜੀ ਤੁਸੀਂ ਇੱਥੇ ਕਿਵੇਂ? ਪਿਤਾ ਜੀ ਕਹਿਣ ਲੱਗੇ, ਧੀ ਤੇਰਾ ਬਾਪ ਅਜੇ ਮਰਿਆ ਨਹੀਂ ਹੈ, ਉਹ ਜਿਉਂਦਾ ਹੈ। ਪਰ ਤੂੰ ਇਹੀ ਸਮਝ ਕੇ ਮੈਂ ਜਿਉਂਦਾ ਹੋ ਕੇ ਵੀ ਮੁਰਦਾ ਹਾਂ। ਮੈਂ ਆਪਣੀ ਮਰਜ਼ੀ ਨਾਲ ਕਿਤੇ ਆ ਜਾ ਨਹੀਂ ਸਕਦਾ। ਮੈਂ ਖੁਦ ਨੂੰ ਇੱਕ ਘਰ ਵਿੱਚ ਬੰਦ ਕਰ ਰੱਖਿਆ ਹੈ। ਰਾਤ ਦੇ ਸਮੇਂ ਇਸ ਲਈ ਨਿਕਲਦਾ ਹਾਂ ਕਿ ਕੋਈ ਮੈਨੂੰ ਦੇਖ ਨਾ ਲਵੇ। ਤੇ ਫਿਰ ਮੈਂ ਤੇਰੇ ਤੋਂ ਵੀ ਆਪਣੇ ਜਿਉਂਦਾ ਹੋਣ ਦੀ ਖਬਰ ਇਸ ਲਈ ਲੁਕਾਈ ਰੱਖੀ ਸੀ। ਤੂੰ ਅਜੇ ਨਾ ਸਮਝ ਨਾਦਾਨ ਹੈ। ਕਿਤੇ ਤੂੰ ਇਹ ਗੱਲ ਕਿਸੇ ਹੋਰ ਨੂੰ ਨਾ ਦੱਸ ਦੇਵੇ। ਜੇ ਤੂੰ ਇਹ ਗੱਲ ਕਿਸੇ ਹੋਰ ਨੂੰ ਦੱਸ ਦਿੱਤੀ ਕਿ ਤੇਰਾ ਪਿਤਾ ਜਿਉਂਦਾ ਹੈ ਤਾਂ ਅਸੀਂ ਤਿੰਨੋਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੁੰਦੇ। ਬਸ ਇਸੇ ਵਜ੍ਹਾ ਨਾਲ ਮੈਂ ਤੈਨੂੰ ਲੱਖ ਚਾਹੁਣ ਦੇ ਬਾਅਦ ਵੀ ਨਹੀਂ ਮਿਲ ਸਕਿਆ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ। ਮੈਨੂੰ ਆਪਣੇ ਪਿਤਾ ਤੋਂ ਨਫ਼ਰਤ ਜਿਹੀ ਹੋਣ ਲੱਗੀ। ਮੈਂ ਬੋਲੀ, ਪਿਤਾ ਜੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇੱਕ ਕੁੜੀ ਦੇ ਸਿਰ ਤੇ ਉਸਦੇ ਪਿਤਾ ਦਾ ਸਾਇਆ ਕਿੰਨਾ ਜ਼ਰੂਰੀ ਹੁੰਦਾ ਹੈ। ਕੀ ਤੁਸੀਂ ਭੁੱਲ ਗਏ ਹੋ? ਮੈਂ ਹਰ ਸਮੇਂ ਤੁਹਾਡੇ ਲਈ ਰੋਂਦੀ ਰਹਿੰਦੀ ਸੀ ਤੇ ਤੁਹਾਨੂੰ ਯਾਦ ਕਰਦੀ ਸੀ। ਮੈਂ ਤਾਂ ਤੁਹਾਨੂੰ ਭੁਲਾ ਵੀ ਨਹੀਂ ਪਾ ਰਹੀ ਸੀ ਤੇ ਤੁਸੀਂ ਆਪਣੇ ਆਪ ਨੂੰ ਮੇਰੇ ਤੋਂ ਹੀ ਲੁਕਾਈ ਰੱਖਿਆ। ਤੁਹਾਡੇ ਇਦਾਂ ਦੇ ਕਦਮ ਦੇ ਪਿੱਛੇ ਕੀ ਵਜ੍ਹਾ ਹੈ? ਤੁਸੀਂ ਮੈਨੂੰ ਸਾਰੀ ਗੱਲ ਦੱਸੋ। ਪਿਤਾ ਜੀ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਆ ਗਏ। ਉਹ ਕਹਿਣ ਲੱਗੇ, ਮੈਂ ਤੇ ਤੇਰੀ ਮਾਂ ਦੀ ਸ਼ੁਰੂ ਤੋਂ ਹੀ ਇਹੀ ਤਮੰਨਾ ਸੀ ਕਿ ਅਸੀਂ ਆਪਣੀ ਸੰਤਾਨ ਨੂੰ ਹੀ ਪੜ੍ਹਾਉਂਦੇ ਲਿਖਾਉਂਦੇ, ਉਸ ਦੀ ਹਰ ਜ਼ਰੂਰਤ ਨੂੰ ਪੂਰੀ ਕਰਦੇ, ਬਲਕਿ ਉਸ ਦੇ ਕਦਮਾਂ ਵਿੱਚ ਖੁਸ਼ੀਆਂ ਦੇ ਢੇਰ ਲਗਾ ਦਿੰਦੇ। ਮੈਂ ਇੱਕ ਬੈਂਕ ਵਿੱਚ ਨੌਕਰੀ ਕਰਦਾ ਸੀ। ਮੇਰੀ ਆਮਦਨੀ ਇੰਨੀ ਨਹੀਂ ਸੀ ਕਿ ਮੈਂ ਤੁਹਾਡੇ ਲਈ ਇੱਕ ਵੱਡਾ ਜਿਹਾ ਘਰ ਖਰੀਦ ਸਕਦਾ, ਗੱਡੀ ਲੈ ਸਕਦਾ ਜਾਂ ਤੁਹਾਨੂੰ ਮਹਿੰਗੇ ਸਕੂਲ ਵਿੱਚ ਪੜ੍ਹਾ ਸਕਦਾ। ਫਿਰ ਮੇਰੀ ਇਹੀ ਇੱਛਾ ਸੀ ਕਿ ਮੈਂ ਤੈਨੂੰ ਡਾਕਟਰ ਬਣਾਉਣਾ। ਪਰ ਡਾਕਟਰ ਬਣਾਉਣ ਲਈ ਮੇਰੇ ਕੋਲ ਪੈਸੇ ਨਹੀਂ ਸੀ ਤੇ ਮੈਨੂੰ ਉਮੀਦ ਸੀ ਕਿ ਮੈਂ ਅੱਗੇ ਵੀ ਇੰਨੇ ਪੈਸੇ ਇਕੱਠੇ ਨਹੀਂ ਕਰ ਪਾਉਂਗਾ। ਉਹਨਾਂ ਦਿਨਾਂ ਵਿੱਚ ਮੇਰੇ ਬੈਂਕ ਵਿੱਚ ਇੱਕ ਨਵਾਂ ਨਿਯਮ ਆਇਆ ਸੀ। ਪਤੀ ਪਤਨੀ ਦਾ ਬੀਮਾ ਕੀਤਾ ਜਾਂਦਾ ਸੀ ਤੇ ਪਤੀ ਪਤਨੀ ਵਿੱਚੋਂ ਜੇ ਕੋਈ ਵੀ ਬੀਮੇ ਦੀ ਪੂਰੀ ਕਿਸ਼ਤ ਜਮ੍ਹਾਂ ਕਰਨ ਤੋਂ ਪਹਿਲਾਂ ਹੀ ਮਰ ਜਾਂਦਾ ਤਾਂ ਉਸਦੇ ਦੂਜੇ ਸਾਥੀ ਨੂੰ ਬੀਮੇ ਦੇ ਪੂਰੇ ਪੈਸੇ ਮਿਲ ਜਾਂਦੇ। ਮੈਂ ਸਭ ਤੋਂ ਵੱਡਾ ਬੀਮਾ ਕਰਾਇਆ ਸੀ ਜੋ ਕਿ 50 ਲੱਖ ਦਾ ਸੀ। ਮੈਂ 4 ਕਿਸ਼ਤਾਂ ਵੀ ਜਮ੍ਹਾਂ ਕਰਵਾ ਦਿੱਤੀਆਂ ਸੀ। ਫਿਰ ਮੈਂ ਤੇ ਤੇਰੀ ਮਾਂ ਨੇ ਆਪਸ ਵਿੱਚ ਸਲਾਹ ਨਾਲ ਮੇਰੀ ਝੂਠੀ ਮੌਤ ਦਾ ਨਾਟਕ ਰਚਾਇਆ ਸੀ। ਮੈਂ ਜਾਣਦਾ ਹਾਂ ਕਿ ਇਹ ਗਲਤ ਹੈ। ਮੈਂ ਜੋ ਕੁਝ ਕੀਤਾ ਉਹ ਵੀ ਠੀਕ ਨਹੀਂ ਸੀ, ਪਰ ਕੀ ਕਰਦਾ, ਹਾਲਾਤ ਹੀ ਇਸ ਤਰ੍ਹਾਂ ਦੇ ਸੀ ਕਿ ਸਾਡਾ ਗੁਜ਼ਾਰਾ ਘੱਟ ਪੈਸਿਆਂ ਨਾਲ ਨਹੀਂ ਹੋ ਰਿਹਾ ਸੀ ਤੇ ਮੈਂ ਜ਼ਿਆਦਾ ਕਮਾ ਨਹੀਂ ਸਕਦਾ ਸੀ। ਧੋਖਾਧੜੀ ਤੋਂ ਇਲਾਵਾ ਮੈਨੂੰ ਹੋਰ ਕੋਈ ਰਸਤਾ ਨਹੀਂ ਦਿਖਿਆ। ਮੈਂ ਇੱਕ ਖੂਫੀਆ ਕੰਪਨੀ ਦੇ ਨਾਲ ਕੰਟਰੈਕਟ ਕੀਤਾ ਸੀ ਜੋ ਹਰ ਤਰ੍ਹਾਂ ਦੇ ਫਰਾਡ ਵਿੱਚ ਮਸ਼ਹੂਰ ਸੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੀ ਮੌਤ ਦਾ ਝੂਠਾ ਨਾਟਕ ਕਰਨਾ ਚਾਹੁੰਦਾ ਹਾਂ ਤਾਂ ਉਹਨਾਂ ਨੇ ਇਹ ਕੰਮ ਕਰਨ ਵਿੱਚ ਮੇਰਾ ਪੂਰਾ ਸਾਥ ਦਿੱਤਾ ਸੀ। ਉਹਨਾਂ ਨੇ ਹੀ ਮੇਰੀ ਮੌਤ ਦਾ ਸਾਰਾ ਸੀਨ ਕ੍ਰੀਏਟ ਕੀਤਾ ਤੇ ਫਿਰ ਸਭ ਤੋਂ ਚੋਰੀ ਮੇਰੀ ਅਰਥੀ ਨੂੰ ਬਦਲ ਦਿੱਤਾ ਸੀ। ਮੈਂ ਇਹਨਾਂ ਲੋਕਾਂ ਨੂੰ ਇਸ ਕੰਮ ਲਈ ਪੈਸੇ ਦਿੱਤੇ ਸੀ। ਉਸ ਦੇ ਬਾਅਦ ਮੇਰੀ ਮੌਤ ਦੀ ਵਜ੍ਹਾ ਨਾਲ ਹੀ ਤੇਰੀ ਮਾਂ ਨੂੰ ਸਾਡੇ ਦੋਵਾਂ ਦੇ ਬੀਮੇ ਦੇ 50 ਲੱਖ ਰੁਪਏ ਮਿਲ ਚੁੱਕੇ ਹਨ ਤੇ ਉਹ ਪੈਸੇ ਮੇਰੇ ਕੋਲ ਰੱਖੇ ਹੋਏ ਹਨ। ਉਹਨਾਂ ਪੈਸਿਆਂ ਨਾਲ ਅਸੀਂ ਦੋਵੇਂ ਤੇਰੀ ਜ਼ਰੂਰਤ ਪੂਰੀ ਕਰ ਰਹੇ ਹਾਂ। ਮੈਂ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਤੁਸੀਂ ਇਹ ਸਭ ਬਹੁਤ ਗਲਤ ਕੀਤਾ।
ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ। ਮੇਰੇ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਕਹਿਣ ਲੱਗੇ, ਪ੍ਰੀਤ, ਇਹ ਸਭ ਕਰਕੇ ਮੈਂ ਕਿਹੜਾ ਸਕੂਨ ਵਿੱਚ ਹਾਂ। ਮੈਂ ਤਾਂ ਬਸ ਤੇਰੇ ਲਈ ਹੀ ਕੀਤਾ ਹੈ ਜੋ ਵੀ ਕੀਤਾ ਹੈ। ਮੈਨੂੰ ਇਸ ਸਮੇਂ ਆਪਣੇ ਮਾਂ-ਪਿਤਾ ਦੇ ਚਿਹਰੇ ਤੇ ਬਹੁਤ ਬੇਬਸੀ ਨਜ਼ਰ ਆ ਰਹੀ ਸੀ। ਮੇਰੀਆਂ ਅੱਖਾਂ ਤੋਂ ਵੀ ਹੰਝੂ ਵਹਿਣ ਲੱਗੇ। ਮੈਂ ਆਪਣੇ ਪਿਤਾ ਦੇ ਹੱਥ ਚੁੰਮ ਲਏ ਤੇ ਬੋਲੀ, ਤੁਸੀਂ ਬੇਸ਼ੱਕ ਕਾਨੂੰਨ ਦੀ ਨਜ਼ਰ ਵਿੱਚ ਗਲਤ ਹੋ, ਪਰ ਮੇਰੇ ਲਈ ਤੁਸੀਂ ਮੇਰੇ ਹੀਰੋ ਹੋ। ਤੁਸੀਂ ਜੋ ਵੀ ਕੁਝ ਵੀ ਕੀਤਾ ਮੇਰਾ ਭਲਾ ਸੋਚ ਕੇ ਹੀ ਕੀਤਾ। ਮੈਂ ਕਦੇ ਤੁਹਾਨੂੰ ਇਸ ਲਈ ਇਲਜ਼ਾਮ ਨਹੀਂ ਦੇਵਾਂਗੀ। ਪਿਤਾ ਜੀ ਖੁਸ਼ ਹੋ ਗਏ ਸੀ। ਇਸ ਮੁਹੱਲੇ ਵਿੱਚ ਮੇਰੀ ਤੇ ਮੇਰੀ ਮਾਂ ਦੀ ਜ਼ਿੰਦਗੀ ਹੁਣ ਤੰਗ ਹੋ ਗਈ ਸੀ। ਇਸ ਲਈ ਅਸੀਂ ਉਸ ਘਰ ਵਿੱਚ ਸ਼ਿਫਟ ਹੋ ਗਏ ਜਿੱਥੇ ਮੇਰੇ ਪਿਤਾ ਪਹਿਲਾਂ ਤੋਂ ਰਹਿੰਦੇ ਸੀ। ਮੈਨੂੰ ਸ਼ਹਿਰ ਦੇ ਵੱਡੇ ਸਕੂਲਾਂ ਵਿੱਚੋਂ ਇੱਕ ਸਕੂਲ ਵਿੱਚ ਦਾਖਲਾ ਮਿਲ ਗਿਆ ਸੀ। ਮੈਂ ਹੁਣ ਫਿਰ ਤੋਂ ਦਿਲ ਲਗਾ ਕੇ ਪੜ੍ਹਾਈ ਕਰ ਰਹੀ ਸੀ। ਮੈਂ ਆਪਣੇ ਮਾਤਾ-ਪਿਤਾ ਦਾ ਡਾਕਟਰ ਬਣਨ ਦਾ ਸੁਪਨਾ ਹਰ ਹਾਲ ਵਿੱਚ ਪੂਰਾ ਕਰਨਾ ਚਾਹੁੰਦੀ ਸੀ। ਮੈਂ ਤੇ ਮੇਰੀ ਮਾਂ ਇੱਕ ਨੋਰਮਲ ਜ਼ਿੰਦਗੀ ਗੁਜ਼ਾਰ ਰਹੇ ਹਾਂ, ਪਰ ਇਸ ਸਭ ਲਈ ਮੇਰੇ ਪਿਤਾ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ। ਉਹ ਹਰ ਸਮੇਂ ਆਪਣੇ ਆਪ ਨੂੰ ਲੁਕਾ ਕੇ ਰੱਖਦੇ ਹਨ। ਉਹ ਕਿਤੇ ਵੀ ਨਹੀਂ ਆ ਜਾ ਸਕਦੇ। ਉਹਨਾਂ ਨੂੰ ਫੜੇ ਜਾਣ ਦਾ ਬਹੁਤ ਖਤਰਾ ਹੈ। ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਮੈਂ ਆਪਣੇ ਮਾਤਾ-ਪਿਤਾ ਦਾ ਵੀਜ਼ਾ ਲਗਵਾ ਕੇ ਅਸੀਂ ਪੂਰਾ ਪਰਿਵਾਰ ਵਿਦੇਸ਼ ਵਿੱਚ ਸ਼ਿਫਟ ਹੋ ਜਾਈਏ, ਪਰ ਇਦਾਂ ਵੀ ਮੁਮਕਿਨ ਨਹੀਂ ਸੀ, ਕਿਉਂਕਿ ਉਸ ਲਈ ਵੀ ਬਹੁਤ ਸਾਰੇ ਪੇਪਰਾਂ ਦੀ ਜ਼ਰੂਰਤ ਪੈਂਦੀ ਹੈ। ਮੈਨੂੰ ਪਤਾ ਹੈ ਕਿ ਮੇਰੇ ਪਿਤਾ ਨੇ ਜੋ ਕੁਝ ਵੀ ਕੀਤਾ ਉਹ ਗਲਤ ਕੀਤਾ ਹੈ। ਮੇਰੇ ਪਿਤਾ ਕਾਨੂੰਨ ਦੀ ਨਜ਼ਰ ਤੋਂ ਤਾਂ ਬਚ ਗਏ, ਪਰ ਉਹ ਘਰ ਵਿੱਚ ਹੀ ਕੈਦੀ ਬਣ ਕੇ ਰਹਿ ਗਏ ਹਨ। ਮਤਲਬ ਉਹ ਆਪਣੇ ਕੀਤੇ ਦੀ ਸਜ਼ਾ ਕੱਟ ਰਹੇ ਹਨ। ਇਸ ਲਈ ਮੇਰੀ ਤੁਹਾਨੂੰ ਸਾਰੇ ਲੋਕਾਂ ਨੂੰ ਇਹੀ ਸਲਾਹ ਹੈ ਕਿ ਕਦੇ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰੋ, ਕਿਉਂਕਿ ਫਿਰ ਜ਼ਿੰਦਗੀ ਮੌਤ ਤੋਂ ਵੀ ਬਦਤਰ ਹੋ ਕੇ ਰਹਿ ਜਾਂਦੀ ਹੈ। ਦੋਸਤੋ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।